जी अस्सलाम वालेकुम फ्रेंड्स, क्या हाल है? ठीक ठाक है, उम्मीद करता हूँ खैरियत से होंगे। अल्हम्दुलिल्लाह भाई मैं भी बिल्कुल ठीक ठाक हूँ। अल्लाह ताला का बड़ा एहसान है, ज़बरदस्त कमाल है। तो जनाब आज फिर हम आ गए आपके साथ एक नई और इंटरेस्टिंग वीडियो के साथ। तो बहुत शुक्रिया, थैंक यू कि आप मेरी वीडियो को लाइक करते हैं, चैनल को सब्सक्राइब करते हैं और वीडियो को शेयर करते हैं, दोस्तों को पहुंचाते हैं। तो जनाब आज का एक्साइटिंग जो वीडियो है उसका दूसरा पार्ट जो है वो चांदू भाई के साथ। और चांदू भाई को मैं जनाब चांदू भाई आ जाए, आपकी तरफ पीछे घूम फिर रहे हैं यार दोस्तों, आपके दूसरे पार्ट के लिए जो है वो वेट कर रहे हैं। तो जनाब अस्सलाम वालेकुम, क्या वालेकुम सलाम। हाँ सुफियान भाई कैसे हैं? ठीक है। तो व्यूज ने आपकी पहली वीडियो बहुत लाइक की और दूसरा पार्ट का इंतजार कर रहे थे कब आपका दूसरा पार्ट आए। तो लास्ट में हम किधर पहुंच गए थे कि जनाब उन्होंने गाड़ी की वो उधर आपको बलोचिस्तान पहुंच गए। डाले वाले ने लाइटा मारियां जनाब, बस ਦੇ ਵਿੱਚੋਂ ਨਿਕਲ ਕੇ सहरा ਤੇ ਦੌੜਦੇ ਰਹੇ। डाले वाले ने लाइटा बाल लईਆਂ जी। फिर ਅਸੀਂ ਜਨਾਬ ਉੱਥੇ ਆਪਣਾ ਪਹਿਲਾਂ ਮੈਂ ਸਾਰਾ ਸਾਹਿਬ ਨੂੰ अस्सलाम वालेकुम ਕਹਿਣਾ ਚਾਹਨਾ। ਵਾਲੇਕੁਮ ਸਲਾਮ। ਤੇ ਆਪਣਾ ਖੈਰੀਅਤ ਨਾਲ ਹੋਣਗੇ ਸਾਰੇ ਭਰਾ, ਠੀਕ ਠਾਕ ਹੋਣਗੇ ਅਲਹਮਦੁਲਿਲਾ। ਤੇ ਮੈਂ ਵੀ ਠੀਕ ਠਾਕ ਹਾਂ, ਸ਼ੁਕਰ ਅੱਲਾਹ ਪਾਕ ਦਾ। ਇਹ ਸਾਈਡ ਤੋਂ ਇੱਥੇ ਇੱਥੇ ਨਹੀਂ ਇੰਜ ਸਹੀ ਆ ਰਹੀ ਹੈ। ਹਾਂ ਬਸ ਠੀਕ ਹੈ, ਸਹੀ ਹੋ ਚਲੋ। ਅੱਛਾ ਅੱਛਾ फिर एक करिए अस्सलाम वालेकुम व्यूअर्स, की हाल है? ठीक ठाक हो? कोई नहीं, चलता रहता बस। अच्छा ते मैं किथे पहुंचे अपना बलोचिस्तान। डालियां ने लाइटां बाल लईਆਂ, डालियां लाइटां बालियां, फिर डालियां ਦੇ ਬੈਠੇ 500 ਉਹਨਾਂ ਨੂੰ ਦਿੱਤਾ ਉੱਥੇ। ਫਿਰ ਉਹਨਾਂ ਸਾਨੂੰ ਡਾਲਿਆਂ ਤੇ ਭਾਇਆ ਤੇ ਸਫ਼ਰ ਸਾਡਾ ਸ਼ੁਰੂ ਹੋ ਗਿਆ ਬਲੋਚਿਸਤਾਨ ਦਾ। ਅੱਛਾ ਤੇ ਅਸੀਂ ਸਫ਼ਰ ਕਰਦੇ ਕਰਦੇ ਬਲੋਚਿਸਤਾਨ ਚਲੇ ਗਏ। ਮੇਰਾ ਖਿਆਲ ਹੈ ਕੋਈ 2 ਵਜੇ ਤੱਕ ਆਖਿਆ ਮੈਂ ਗੱਡੀ ਚੱਲਦੀ 2 ਵਜੇ ਤੱਕ। ਤੇ ਅਸੀਂ ਪਹੁੰਚ ਗਏ ਉੱਥੇ ਦਿਨੇ। ਤੇ ਜਿੱਥੇ ਉਹਨੇ ਜਾ ਕੇ ਲਾਇਆ ਨਾ ਸਾਨੂੰ, ਉੱਥੇ ਵੀ ਆਪ ਸਭ ਕਿੰਨੇ ਕੋਈ 200-250 ਬੰਦਾ ਅੱਗੇ ਬੈਠਾ ਸੀ। ਅੱਛਾ ਤੇ 200-250 ਅੱਗੇ ਬੰਦਾ ਬੈਠਾ ਸੀ। ਥੋੜੇ ਸੇ ਪਿੱਛੇ ਇੱਥੇ ਹੋ ਜਾਣਾ। ਹਾਂ ਬਸ ਠੀਕ, ਹਾਂ ਬਸ ਠੀਕ ਸਾਹਮਣੇ ਆਮਨੋ ਸਾਹਮਣੇ। ਅੱਛਾ ਚੰਨ ਨਾ ਮਾਰ ਦੇ। ਅੱਛਾ 200-250 ਬੰਦਾ ਬੈਠਾ ਹੋਇਆ। 200-250 ਬੰਦਾ ਅੱਗੇ ਹੀ ਉੱਥੇ ਬੈਠਾ ਸੀ, ਏਡੀ ਵੱਡੀ। ਉੱਥੇ ਬਲੋਚਿਸਤਾਨ ਦੇ ਵਿੱਚ ਨਾ ਇੱਕ ਹੋਵੇ ਕੀ ਨਾਂ ਲਈਦਾ ਉੱਥੇ, ਮਤਲਬ ਕਿ ਸਾਡੇ ਉੱਥੇ ਪੰਜਾਬ ਵਾਂਗੂ ਨਿੱਕੇ ਨਿੱਕੇ ਘਰ ਜਾਂ ਕੋਈ ਜਗ੍ਹਾ ਨਹੀਂ, ਉੱਥੇ ਖੁੱਲੇ ਹੀ ਨੇ ਆਪਣਾ। ਮੇਰਾ ਖਿਆਲ ਹੈ ਕੋਈ ਕਿੱਲੇ ਦੇ ਵਿੱਚ ਤੇ ਉਹਨਾਂ ਚਾਰਦੁਆਰੀ ਕਰਕੇ ਤੇ ਅੰਦਰ ਸਾਡੇ ਖਾਰਜੀ ਬੰਦਿਆਂ ਲਈ ਢਾਪਾ ਜਿਹਾ ਬਣਾ ਕੇ ਦੀਵਾਰ ਚ ਢਾਰਾ ਜਿਹਾ ਬਾਹਰੋਂ ਉਹ ਲੱਕੜ ਦਾ ਬੂਹਾ ਮਾਰ ਜਾਣਾ, ਤਾਲਾ ਲਾ ਜਾਣਾ। ਹਾਂ ਤੇ ਅਸੀਂ ਉੱਥੇ ਰਹੇ ਆ, ਇੱਕ ਦਿਨ ਰਹੇ ਆ। ਹਾਂ 24 ਘੰਟੇ ਅਸੀਂ ਉੱਥੇ ਕੱਢੇ। 2 ਵਜੇ ਦਾ ਟਾਈਮ ਸੀ, ਅਸੀਂ ਉੱਥੇ ਪਹੁੰਚੇ। ਫਿਰ ਉਹਨੇ ਸਾਨੂੰ ਲਿਆ ਕੇ ਦਿੱਤਾ ਇੱਕ ਦਾਲ, ਨਹੀਂ ਹੈ ਆਪਣਾ ਦਾਲ ਦਾ ਛਾਪੜ ਸੀਗਾ ਏਡਾ ਕੁ। ਹਾਂ ਏਡਾ ਕੁ ਛਾਪੜ ਸੀ ਤੇ 15 ਬੰਦਿਆਂ ਨੂੰ ਉਹਨੇ ਦਿੱਤਾ ਸੀ ਏਡਾ ਕੁ ਛਾਪੜ। ਤੇ ਜਿਹੜੀਆਂ ਪਾਕਿਸਤਾਨੀ ਰੋਟੀਆਂ ਨਾ ਜਾਂ ਪਠਾਣਾ ਦੀਆਂ ਵੱਡੀਆਂ ਰੋਟੀਆਂ, ਮੋਟੀਆਂ ਰੋਟੀਆਂ ਜੀ। ਬਿਲਕੁਲ ਉਹ ਤਕਰੀਬਨ ਐਡੀ ਰੋਟੀ ਹੁੰਦੀ, ਵੱਡੀ ਐਡੀ ਕੈਮਰੇ 'ਚ ਨਹੀਂ ਆ ਰਿਹਾ, ਐਡੀ ਹਾਂ ਬਿਲਕੁਲ ਐਡੀ ਵੱਡੀ ਰੋਟੀ ਸੀ। ਤੇ ਕੀ ਨਾਂ ਲਈਦਾ ਫਿਰ 15 ਬੰਦਿਆਂ ਨੂੰ। ਅੱਛਾ 15 ਬੰਦਿਆਂ ਨੂੰ 3 ਰੋਟੀਆਂ ਤੇ ਏਡਾ ਛਾਪੜ ਦਿੱਤੇ ਦਾਲ ਦਾ। ਤੇ ਅਸੀਂ ਫਿਰ ਉਹ ਖਾਧਾ। ਕਿੰਨੀ ਇੱਕ ਬੁਰਕੀ ਵੀ ਨਹੀਂ ਮੇਰਾ ਖਿਆਲ ਲੱਗੀ ਉਹਦੇ ਨਾਲ। ਅੱਛਾ ਤੇ ਬਾਕੀ ਫਿਰ ਸੁੱਕੀ ਹਾਂ ਰੋਟੀ ਅਲਹਮਦੁਲਿਲਾ ਖਾਧੀ। ਫਿਰ ਪਾਣੀ ਨਾਲ ਮਤਲਬ ਕਿ ਆਪਣਾ ਆਸਰਾ ਕੀਤਾ, ਢਿੱਡ ਛਿੜ ਭਰਿਆ ਕਿਉਂਕਿ ਭੁੱਖਾ ਭਾਣਿਆ, ਖੱਜਲ ਕਰਦੇ ਰਹੇ ਬੜਾ ਜਿਹਾ। ਅੱਛਾ ਅਸੀਂ ਫਿਰ ਉੱਥੇ ਪਹੁੰਚੇ ਤੇ ਫਿਰ ਅਸੀਂ ਉਹਨੂੰ ਫੋਨ ਕੀਤਾ, ਯਾਰ ਸਾਨੂੰ ਕਿੱਥੇ ਫਸਾ ਰਹੇ, ਕੀ ਕਰ ਛੜੇ ਕੀ ਨਹੀਂ। ਉਹਨੇ ਸਾਡਾ ਫੋਨ ਬੰਦ ਕਰ ਛੜਿਆ। ਉਹਨੇ ਕਿਹਾ ਬਾਕੀ ਜਿਹੜੀਆਂ ਗੱਲਾਂ ਨੇ ਨਾ ਤੁਸੀਂ ਟੈਨਸ਼ਨ ਨਾ ਲਵੋ, ਚੰਗਾ ਹੋਏਗਾ, ਮੈਂ ਹੁਣ ਫੋਨ ਕਰਨਾ, ਅੱਗੋਂ ਤੁਹਾਡੇ ਨਾਲ ਬਿਹਤਰ ਹੋਏਗਾ। ਐਸਾ ਬਿਹਤਰ ਹੋਇਆ ਮੈਂ ਤੁਹਾਨੂੰ ਦੱਸਾਂਗਾ। ਉਹ ਤੇ ਫਿਰ ਇਹ ਸਭ ਹੋ ਗਿਆ, ਫਸ ਗਈ ਜਾਨ ਸ਼ਿਕੰਜੇ ਅੰਦਰ, ਜਿਵੇਂ ਵੇਲਣੇ ਵਿੱਚ ਗੰਨਾ, ਜਿਵੇਂ ਰੋ ਆਂਦੀ ਆ ਹੁਣ ਰੋ ਮੁਹੰਮਦ, ਹੁਣ ਰਵੇਂ ਤੇ ਮੰਨਾ, ਹੁਣ ਰਵੇਂ ਤੇ ਬਈ ਇਹ ਹਿਸਾਬ ਹੁੰਦਾ। ਬਿਲਕੁਲ ਇਸ ਤਰ੍ਹਾਂ ਹੀ। ਤੇ ਫਿਰ ਅਸੀਂ ਹੁਣ ਉੱਥੇ ਕੀ ਕਰ ਸਕਦੇ ਹਾਂ? ਬਲੋਚਿਸਤਾਨ ਉਹਨਾਂ ਨੇ ਗੰਨਾ ਛੰਨਾ ਫੜੀਆਂ, ਮਤਲਬ ਕਿ ਅਸੀਂ ਉੱਚੀ ਸਾਹ ਵੀ ਲੈਂਦੇ ਹਾਂ ਤੇ ਉਹ ਐਸਾ ਮਾਰਦੇ ਹਨ ਕਿ ਸਾਨੂੰ ਹਜੇ ਵੀ ਮੇਰੀ ਪਸਲੀ ਦਰਦ ਹੁੰਦੀ। ਡੰਡਾ ਮਾਰਿਆ ਸੀ ਉਹਨੇ, ਸਹੀ ਹੈ ਕਿ ਮਤਲਬ ਕਮ ਸੇ ਕਮ 2-3 ਸਾਲ ਮੈਨੂੰ ਹੋ ਗਏ ਨੇ ਆਇਆ ਤੇ ਹਜੇ ਵੀ ਕਈ ਵਾਰੀ ਸਰਦੀ 'ਚ ਨਾ ਦਰਦ ਮਹਿਸੂਸ ਹੁੰਦੀ ਹੈ। ਤੇ ਅਸੀਂ ਆਪਣਾ ਫਿਰ ਉੱਥੇ ਆਪਣਾ ਸਫ਼ਰ ਆਪਣਾ ਟਾਈਮ ਕੱਢਿਆ, 24 ਘੰਟੇ ਕੱਢੇ। ਇੱਕ ਵਾਰੀ ਉਹਨਾਂ ਰੋਟੀ ਦਿੱਤੀ ਜਦੋਂ ਅਸੀਂ ਆਏ, ਉਸ ਤੋਂ ਬਾਅਦ ਉਹਨਾਂ ਰੋਟੀ ਨਹੀਂ ਦਿੱਤੀ। ਅੱਛਾ ਜੀ। ਜੋ 24 ਘੰਟੇ ਪੂਰੇ ਹੋਏ ਨੇ ਅਗਲੇ ਦਿਨ ਫਿਰ ਅਸੀਂ 2 ਵਜੇ ਦਾ 3 ਵਜੇ ਦਾ ਟਾਈਮ ਸੀ ਦੁਪਹਿਰੀ। ਹਾਂ ਤੇ ਉਹਨਾਂ ਡਾਲੇ ਲਾਤੇ ਬਾਹਰ ਨਾ, ਉਹਨੇ ਕਿਹਾ ਹਰ ਗਰੁੱਪ ਦੇ ਬੰਦੇ ਆ ਜਾਓ, ਇੰਨੇ ਬੰਦੇ ਬਾਹਰ ਨਿਕਲੋ। ਅੱਛਾ ਕਿੰਨੇ 4 ਡਾਲੇ ਲੱਗੇ ਹਨ ਤੇ ਜਿਹਦੇ ਵਿੱਚੋਂ 30 ਡਾਲੇ ਦੇ ਵਿੱਚ 30 ਬੰਦੇ ਉਹਨਾਂ ਪਾਏ ਹਨ। ਮੈਨੂੰ ਤਾਂ ਠੰਡ ਲੱਗਦੀ ਵੀ ਮੈਂ ਪਾਉਣ ਲੱਗਾ ਜੈਕਟ। ਅੱਛਾ ਮੈਂ ਹੀ ਫਿਰ ਟੋਪੀ ਪਾ ਲਾਂ, ਟੋਪੀ ਕੈਸੀ ਲੱਗਦੀ ਯਾਰ, ਟੋਪੀ ਨਹੀਂ ਸਹੀ। ਅੱਛਾ ਤੇ ਕਾਸਮ ਮੈਂ ਤੇਰੀ ਕਾਲ ਵੇਖ ਲਈ ਤੇ ਮੈਂ ਤੈਨੂੰ ਕਰਾਂਗਾ ਕਾਲ ਹੁਣ, ਕਿਉਂਕਿ ਮੈਂ ਵੇਖ ਲਈ ਤੇਰੀ ਕਾਲ, ਤੂੰ ਮੈਨੂੰ ਮੇਰੀ ਵੀਡੀਓ ਵੇਖੀ ਹੋਣੀ ਹੈ ਤੇ ਮੈਂ ਆਪਣਾ ਜਾ ਕੇ ਲੋਡ ਸ਼ੋਡ ਕਰਾ ਕੇ ਤੈਨੂੰ ਫੋਨ ਮਾਰਾਂਗਾ। ਸਹੀ ਹੈ? ਮੇਰੀ ਵੀਡੀਓ ਸਬਸਕ੍ਰਾਈਬ ਕਰੀ, ਲਾਈਕ ਕਰੀ, ਸ਼ੇਅਰ ਕਰੀ। ਸਹੀ ਹੈ? ਤੇ ਆਪਣਾ 2-3 ਕੋਈ ਇਹਨਾਂ ਨੇ ਡਾਲੇ ਲਾਏ ਨੇ। 20 ਡਾਲੇ ਵੀ 30 ਉਹਨਾਂ ਬੰਦੇ ਬਹਾ ਕੇ
ਤੇ ਆਪਣਾ ਈਰਾਨ ਦੀ ਤਰਫ ਉਹਨਾਂ ਸ਼ੁਰੂ ਕਰਤਾ, ਮਤਲਬ ਬਾਰਡਰ ਤੇ ਅੱਛਾ ਤੁਹਾਨੂੰ ਯਕਮਸ਼ ਲੈ ਕੇ ਗਿਆ ਸੀ, ਮਾਸ਼ਕਲ ਲੈ ਗਿਆ ਸੀ ਜਾਂ ਪੰਜਗੋਰ ਵਾਲੀ ਸਾਈਡ? ਪੰਜਗੂਰ ਵਾਲੀ ਸਾਈਡ। ਅੱਛਾ ਪੰਜਗੂਰ ਚਲੇ ਅਸੀਂ ਮਾਸ਼ਕਲ ਵਾਲੀ ਸਾਈਡ ਤੋਂ ਗਏ ਸੀ। ਮਾਸ਼ਕਲ ਤੋਂ ਪਹਿਲੇ ਯਕਮਸ਼ ਤੋਂ ਫਿਰ ਮਾਸ਼ਕਲ ਤੋਂ ਫਿਰ ਈਰਾਨ, ਤੇ ਇਹਨਾਂ ਨੂੰ ਪੰਜਗੋਰ ਵਾਲੀ ਅਸੀਂ ਪੰਜਗੂਰ ਗਏ ਆ। ਫਿਰ ਪੰਜਗੂਰ ਉਹਨਾਂ ਨੇ ਡਾਲਿਆਂ ਦੇ ਭਾਏ ਆ, ਅੱਗੋਂ ਬਾਰਡਰ ਤੇ ਆਂਦੇ ਨੇ ਸਾਹਮਣੇ ਬਾਰਡਰ ਹੈ। ਅੱਛਾ ਘੰਟੇ ਦਾ ਸਫ਼ਰ ਹੈ ਤੇ ਉਹ ਘੰਟਾ ਅਸੀਂ ਤੈਅ ਕਰਦੇ 4 ਦਿਨ ਲੱਗ ਗਏ। ਓਏ ਹੋਏ 4 ਦਿਨ ਲੱਗੇ। ਅਸੀਂ ਮਤਲਬ ਕਿ ਉਹਨਾਂ ਡਾਲਿਆ ਸਾਨੂੰ ਬਹਾ ਲਿਆ ਤੇ ਜੰਗਲ ਸਿਰਾ ਖੁੱਲਾ, ਮੈਂ ਜਿੱਥੋਂ ਤੱਕ ਨਜ਼ਰ ਆਉਂਦੀ ਸੀ ਉੱਥੋਂ ਤੱਕ ਹੀ ਰੇਤ ਸੀ ਤੇ ਰੇਤ ਦੇ ਉੱਤੇ ਡਾਲੇ ਚੱਲਦੇ 4 ਵੀਲ ਡਾਲੇ ਹਨ, ਜਿਹਦੇ ਤੇ ਅਕਸਰ ਕੀ ਨਾਲੇ ਤੁਰਕੀ ਨਹੀਂ ਫਲ ਫਰੂਟ ਲਾਇਆ ਹੁੰਦਾ ਨਾ, ਹਾਂ ਬਿਲਕੁਲ ਮਾਲ ਚਾਲ ਵੇਚਦੇ ਹੁੰਦੇ ਨੇ ਉਹ ਡਾਲੇ। ਸਹੀ ਹੋ ਤੇ ਅਸੀਂ ਫਿਰ ਉਹਦੇ ਤੇ ਆਪਣਾ ਸਫ਼ਰ ਕੀਤਾ 4 ਦਿਨ ਅਸੀਂ ਉਹਦੇ ਤੇ ਸਫ਼ਰ ਕਰਦੇ ਰਹੇ ਹਾਂ। ਅੱਛਾ ਤੇ ਕੀ ਨਾਲ ਇਹਦਾ ਅਸੀਂ ਉੱਥੇ ਪਹੁੰਚ ਗਏ ਈਰਾਨ ਬਾਰਡਰ ਤੇ। ਲੇਕਿਨ ਉਸ ਤੋਂ ਪਿੱਛੇ ਜੇ ਰਹੇ ਨਾ ਤੁਹਾਨੂੰ ਸਫ਼ਰ ਦੱਸਾਂ, ਜਦੋਂ ਅਸੀਂ ਉੱਥੋਂ ਨਿਕਲੇ ਹਾਂ ਉਦੋਂ ਨਾ ਸਾਨੂੰ ਜਦੋਂ ਅਸੀਂ ਨਿਕਲੇ ਡਾਲਿਆਂ ਦੇ ਬਹਿ ਗਏ 500 ਨਾ ਬੈਨ ਤੋਂ ਪਹਿਲਾਂ ਫੀ ਬੰਦੇ ਕੋਲ ਲਿਆ ਫੇਰ। ਅੱਛਾ ਜੀ ਮਤਲਬ ਕਿ ਹੁਣ ਉਹਨਾਂ ਦੇ ਹਵਾਲੇ ਹੋਏ ਹਨ, ਇਹਨਾਂ ਦੇ ਢੇਰ ਚਰੇ ਹੁਣ ਜਿੱਥੇ ਜਿਹਦਾ ਦਾਅ ਲੱਗਦਾ ਦੇਣੇ ਪੈਂਦੇ ਆ। ਬਿਲਕੁਲ ਨਹੀਂ ਤੇ ਐਸੀ ਚੰਨ ਮਾਰਦੇ ਹਨ ਕਿ ਮੈਂ ਨਾਬ ਸਾਹਿਬ ਆ ਦਾਣਾ ਕੀ ਨੇ ਹਰ ਸ਼ੈ ਹਿਲ ਜਾਂਦੀ ਇੱਕ ਵਾਰ। ਅੱਛਾ ਜੀ ਫਿਰ 500 ਉਹਨਾਂ ਨੂੰ ਦਿੱਤਾ, ਅਸੀਂ ਬੈਠੇ ਤੇ ਈਰਾਨ ਦਾ ਸਫ਼ਰ ਅੱਲਾ ਕਹਿ ਰੱਖੇ ਸ਼ੁਰੂ ਹੋ ਗਿਆ। ਹਾਂ ਜੋ ਤੁਰਿਆ ਡਾਲਾ ਰਾਤ ਪੈ ਗਈ, ਕੋਈ ਮੇਰਾ ਕਿ ਰਾਤ ਦੇ 9 ਵੱਜ ਗਏ ਹਨ। ਅੱਛਾ ਤੇ ਉਹਨਾਂ ਫਿਰ ਇੱਕ ਸਾਈਡ ਤੇ ਲਾਇਆ ਤੇ ਖਜੂਰਾਂ ਦਾ ਬਾਗ ਸੀ, ਅੱਛਾ ਉੱਥੇ ਉਹਨਾਂ ਬਾਇਆ ਕੋਈ ਅੱਧਾ ਪੌਣਾ ਘੰਟਾ ਉੱਥੇ ਬੈਠੇ। ਉੱਥੋਂ ਪਾਣੀ ਸ਼ਾਨੀ ਭਰਿਆ, ਉੱਥੇ ਉਹੀ ਨਾ ਇੱਕ ਨਦੀ ਜੀ ਵਗਦੀ ਜਿਵੇਂ ਖਾਲ ਨਹੀਂ ਬਣੀ ਹੁੰਦੀ ਪਿੰਡਾਂ 'ਚ ਪਾਣੀ ਲਾਉਣ ਵਾਲੀ, ਉਹ ਖਾਲ ਵਗਦੀ ਉਹਦੇ ਵਿੱਚੋਂ ਪਾਣੀ ਭਰਿਆ। ਉਹ ਖਜੂਰਾਂ ਵਾਲੇ ਬਾਗ ਨੂੰ ਖਜੂਰਾਂ ਵਾਲੇ ਬਾਗ ਨੂੰ ਪਾਣੀ ਲੱਗਦਾ ਸੀ ਪਿਆ ਤੇ ਉਹਦੇ ਵਿੱਚੋਂ ਪਾਣੀ ਭਰਿਆ। ਬਿਲਕੁਲ ਸਹੀ। ਫਿਰ ਉੱਥੇ ਬਹਿ ਕੇ ਮਹਾਨੇ ਚਨੇ ਸ਼ਨੇ ਖਾਦੇ, ਆਹ ਸ਼ੈ ਉੱਥੋਂ ਲੈਦੀ ਜਾਂਦੀ, ਹੋਰ ਉੱਥੋਂ ਕੁਝ ਨਹੀਂ ਲੱਭਦਾ। ਬਿਸਕੁਟ ਤੇ ਅੱਗੇ ਚੱਲਦੇ ਨੇ ਹਾਂ, ਕਿਉਂਕਿ ਨਵਾਂ ਬੰਦਾ ਉਹਨੂੰ ਕੀ ਉਹਨੇ ਕਿਹਾ ਲੈ ਮੰਮੀ ਡੈਡੀ ਭੈਣ ਜੋ ਟੈਨਸ਼ਨ ਹੀ ਨਹੀਂ ਹੈਗਾ ਨਿਕਲ ਚੱਲਦੇ। ਤੇ ਕੋਈ ਨਹੀਂ ਸਾਨੂੰ ਮੁਸ਼ਕਲ ਹੀ ਨਹੀਂ ਹੋਏਗੀ ਆ। ਹਾਂ ਲੇਕਿਨ ਇਹ ਮੇਰਾ ਵੀਰ ਜੀ ਨਾ ਆਇਆ ਜੇ ਤੁਹਾਨੂੰ ਮੈਂ ਪਹਿਲਾਂ ਹੀ ਗੱਲ ਦੱਸਦਾ, ਲੇਕਿਨ ਤੋੜ ਮੈਂ ਇਸ ਟਾਈਮ ਇਟਲੀ ਖਲੋਤਾ, ਇਟਲੀ ਤੱਕ ਤੁਹਾਨੂੰ ਕਹਾਣੀ ਸੁਣਾਵਾਂਗਾ। ਸਹੀ ਤੇ ਤੁਸੀਂ ਲਾਜ਼ਮ ਮੇਰੀ ਵੀਡੀਓ ਵੇਖਿਆ ਜੇ, ਨਾਲ ਸਬਸਕ੍ਰਾਈਬ ਕਰਿਆ ਜੇ। ਅਗਰ ਆਉਣਾ ਹੈ ਤੇ ਫਿਰ ਤੁਸੀਂ ਕੋਈ ਲੀਗਲ ਤਰੀਕੇ ਨਾਲ ਆਵੋ। ਲੀਗਲ ਘੱਟ ਤੋਂ ਘੱਟ ਤੁਰਕੀ ਦਾ ਵੀਜ਼ਾ ਲਾਜ਼ਮੀ ਹੋਣਾ ਚਾਹੀਦਾ। ਤੁਰਕੀ ਦਾ ਵੀਜ਼ਾ ਵੀ ਭਾਈ ਜਾਨ ਆਪਣਾ ਲੱਭ ਜਾਂਦਾ ਵੇ, ਤੁਰਕੀ ਦਾ ਵੀਜ਼ਾ ਲਵਾਓ ਤੇ ਆਪਣਾ 22 ਈਅਰ ਤੁਰਕੀ ਦੇ ਵਿੱਚ ਆਓ ਤੇ ਫਿਰ ਅੱਗੋਂ ਜਿਹੜਾ ਨਾ ਅੱਗੋਂ ਹੀ 22 ਈਅਰ ਆਓ। ਹਾਂਜੀ ਡੇਂਕੀਆਂ ਤੇ ਜ਼ਿੰਦਾਬਾਦ ਨੇ ਨਾ, ਡੇਂਕੀ ਤੇ ਫਿਰ ਆਈ वो वाला रास्ता तो फिर आपको पता ही है जिंदाबाद। लेकिन ਉਹਦੇ ਵਿੱਚ ਵੀ ਆ ਹੀ ਹੈ ਕਿ ਆਪਣਾ ਮੁਕੱਦਰ ਤੇ ਨਸੀਬ ਆਪਣੇ ਲੈ ਕੇ ਤੁਸੀਂ ਨਿਕਲਣਾ। ਹਾਂ ਬਿਲਕੁਲ ਇਸ ਤਰ੍ਹਾਂ ਹੀ। ਉਹ ਆ ਨਹੀਂ ਕਿ ਤੁਸੀਂ ਏਜੰਟ ਨੇ ਆਖਿਆ ਜੀ ਤੁਹਾਨੂੰ ਮੈਂ ਲੈ ਚੱਲਣਾ ਤੇ ਇੰਜ ਕਰ ਦਿਆਂਗਾ, ਉਹ ਕੁਝ ਵੀ ਨਹੀਂ। ਏਜੰਟ ਮੇਰਾ ਏਜੰਟ ਹੁਣ ਮੈਂ ਉਹਦਾ ਨਾਂ ਨਹੀਂ ਲੈਣਾ, ਤੇ ਮੇਰੀ ਵੀਡੀਓ ਵੇਖਣ ਦੇ ਆ ਨਾ ਮੈਂ ਸਲੂਟ ਮਾਰਨਾ ਕਿਉਂਕਿ ਹੁਣ ਉਹਨੂੰ ਬੰਦਾ ਕੀ ਕਹਿ ਸਕਦਾ, ਬੰਦਾ ਨਹੀਂ ਕੁਝ ਕਹਿ ਸਕਦਾ ਉਹਨੂੰ, ਕੁਝ ਨਹੀਂ। ਲੇਕਿਨ ਉਹਦੇ ਪਰਦ ਕੇ ਫੋਨ ਵੀ ਨਹੀਂ ਮੇਰਾ ਚੁੱਕਿਆ ਤੇ ਲੇਕਿਨ ਡਬਲ ਪੇਮੈਂਟ ਲਈ ਤੁਰਕੀ ਆ ਕੇ। ਅੱਛਾ ਜੀ ਤੁਸੀਂ ਡਬਲ ਪੇਮੈਂਟ ਦਿੱਤੀ। ਲੇਕਿਨ ਹੁਣ ਮੈਂ ਤੁਹਾਨੂੰ ਦੱਸਣਾ ਸੀ ਉੱਥੇ ਖਜੂਰਾਂ ਦੇ ਬਾਗ 'ਚ ਬੈਠੇ ਤੇ ਉਹ ਤੁਰਕੀ ਵਾਲਾ ਫਿਰ ਪੋਰਸ਼ਨ ਅਗਲੇ 'ਚ ਗੱਲ ਕਰਾਂਗੇ। ਮੈਂ ਇਨਸ਼ਾਅੱਲਾ ਤੁਹਾਨੂੰ ਤੋੜ ਸਭ ਸੁਣਾਵਾਂਗਾ ਆਪਣੀ ਕਹਾਣੀ ਜ਼ਾਤੀ ਜੋ ਮੇਰੇ ਤੇ ਬੀਤਿਆ ਉਹ ਮੈਂ ਤੁਹਾਨੂੰ ਦੱਸਾਂਗਾ। ਅੱਛਾ ਇਹਨਾਂ ਦਾ ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਬੀਤਿਆ, ਪਤਾ ਨਹੀਂ ਟੈਕਸੀ ਤੇ ਆਏ ਨੇ। ਮੇਰੀ ਬੜੀ ਅਮੇਜ਼ਿੰਗ ਸਟੋਰੀ ਹੈ, ਮੈਂ ਸੁਣਾਵਾਂਗਾ ਆਪਣੇ ਨਾਜ਼ਰੀਨ ਨੂੰ। ਸਹੀ ਹੋ ਤੇ ਲੋ ਵੀਰ ਸਾਹਿਬ ਉੱਥੇ ਆਪਣਾ ਬੈਠੇ ਪਾਣੀ ਸ਼ਾਨੀ ਭਰਿਆ, ਖਜੂਰਾਂ ਖਾਧੀਆਂ ਉੱਤੋਂ ਕੱਚੀਆਂ ਖਜੂਰਾਂ ਲਾ ਕੇ, ਕੱਚੀਆਂ ਪੱਕੀਆਂ ਡੋਕੇ ਖਾਦੇ। ਰਾਤ ਦਾ ਟਾਈਮ ਸੀ, ਰਾਤ ਨੂੰ ਡੋਕੇ ਸ਼ੋਕੇ ਖਾਦੇ। ਅੱਛਾ ਜੀ ਇੰਜੀ ਮਤਲਬ ਕਿ ਏਡੇ ਵੱਡੇ ਬੂਟੇ ਨਹੀਂ ਇੰਜ ਹੱਥ ਲੱਗਦਾ ਤੇ ਉਹ ਗੁੱਛੇ ਬਣੇ ਹੁੰਦੇ ਨੇ, ਉਹ ਫਿਰ ਲਾ ਕੇ ਉੱਥੇ ਹਨੇਰੇ ਦੇ ਵਿੱਚ ਹੀ। ਹਾਂ ਫਿਰ ਉੱਥੇ ਰਹੇ ਆ ਕੋਈ 11 ਵਜੇ ਤੱਕ, 2 ਘੰਟੇ ਇੱਥੇ ਰਹੇ ਆ। ਅੱਛਾ ਫਿਰ ਉਹਨਾਂ ਗੱਡੀਆਂ 'ਚ ਪਾਇਆ ਤੇ ਉੱਤੇ ਤਰਪਾਲ ਸੁੱਟੀ। ਅੱਛਾ ਇੰਜ ਲੁਕਾਸ਼ ਰਿਹਾ, ਸਾਨੂੰ ਕਵੇ ਕਿ ਯਾਰ ਬਾਰਡਰ ਹੈ, ਬਾਰਡਰ ਦੇ ਉੱਤੇ ਤੁਹਾਨੂੰ ਜਾ ਕੇ ਲਾਣਾ ਤੇ ਤੁਸੀਂ ਬਾਰਡਰ ਉੱਪਰ ਹੋ ਜਾਣਾ ਤੇ ਤੁਸੀਂ ਈਰਾਨ ਪਹੁੰਚ ਗਏ। ਕਿਹਾ ਠੀਕ ਹੈ। ਉਹਨੇ ਤਰਪਾਲ ਉੱਤੇ ਪਾਈ, ਅੰਦਰ ਤੇਲ ਦੀਆਂ ਬੋਤਲਾਂ ਪਈਆਂ ਹਨ, ਉਹਦੀ ਮੁਸ਼ਕ ਤੇ ਬੰਦਿਆਂ ਦੀ ਮੇਰਾ ਖਿਆਲ ਇੰਜ ਕਰਨਾ ਵੀ ਮੁਸ਼ਕਲ ਸੀ। ਅੱਛਾ ਜੀ ਇੰਜ ਮਤਲਬ ਕਿ 28 ਜਣੇ ਅਸੀਂ ਬੈਠੇ ਤੇ ਹਾਂ। ਤੇ ਫਿਰ ਅਸੀਂ ਆਪਣਾ ਆਪ ਸਾਹਿਬ ਅਸੀਂ ਤੁਰ ਪਏ, ਉੱਥੋਂ ਸਾਡਾ ਸਫ਼ਰ ਹੋ ਗਿਆ ਈਰਾਨ ਦਾ ਸ਼ੁਰੂ। ਅੱਛਾ ਜਾ ਗਏ ਆ ਕੋਈ ਤੀਨੇ, ਫਿਰ 6 ਵਜੇ ਸਾਨੂੰ ਉਹਨੇ ਇੱਕ ਪਹਾੜਾਂ ਦੇ ਵਿੱਚ ਲਿਆ ਕੇ ਰਾਹ ਚੜਿਆ, ਬੜੇ ਵੱਡੇ ਪਹਾੜ ਤੇ ਕਾਲੇ। ਜਦੋਂ ਉਹਨੇ ਤਰਪਾਲ ਚੁੱਕੀ ਹੈ ਨਾ, ਸਵੇਰ ਦਾ ਟਾਈਮ ਸੀ ਸਰਗੀ ਦਾ। ਹਾਂ ਤੇ ਅਸੀਂ ਇੰਜ ਉਹਨੇ ਤਰਪਾਲ ਸੁੱਟੀ, ਕੁਝ ਵੀ ਸੌਂ ਗਏ। ਅਸੀਂ ਸੁੱਤਾ ਉੱਥੇ ਕੀ ਜਾਣਾ ਸੀ, ਉਂਝ ਮੇਰਾ ਖਿਆਲ ਬੇਹੋਸ਼ ਹੋਏ ਪਏ ਸੀ, ਕੋਈ ਸਮਝ ਨਹੀਂ ਲੱਗਦੀ। ਜਦੋਂ ਤਰਪਾਲ ਚੁੱਕੀ ਹਾਂ ਵੇਖਿਆ ਸਾਡੇ ਖੱਬੇ ਸੱਜੇ ਦੂਰ ਤੱਕ ਪਹਾੜ ਹੀ ਪਹਾੜ, ਕੋਈ ਸ਼ੈ ਨਹੀਂ ਦੁਨੀਆ ਦੀ, ਪਹਾੜ ਹੀ ਪਹਾੜ। ਅੱਛਾ ਜੀ ਮੈਂ ਪਹਾੜ ਹੁੰਦੇ ਤੁਸੀਂ ਕੋਈ ਸ਼ੈ ਨਹੀਂ, ਪਹਾੜ ਹੀ ਪਹਾੜ। ਤੇ ਕੋਈ ਸਮਝ ਨਾ ਆਵੇ ਕਿ ਯਾਰ ਕਿੱਥੇ ਆ ਗਿਆ। ਉਹਨੇ ਸਾਨੂੰ ਲਾਹ ਕੇ ਨਾ ਤਰਾਉਣਾ ਸ਼ੁਰੂ ਕਰਤਾ। ਤੇ ਤੁਹਾਂ ਯਕੀਨ ਕਰਨਾ ਆਪ ਸਾਹਿਬ, ਅਸੀਂ ਸਵੇਰੇ ਤੁਰੇ ਹੋਵਾਂਗੇ 9 ਵਜੇ ਨਾਲ, ਸਰਗੀ ਦਾ ਟਾਈਮ। ਇੰਜੀ ਟਾਲਿਆਂ ਤੋਂ ਉਹਨੇ ਲਾਇਆ, ਉਹਨੇ ਕਿਹਾ ਦੌੜ ਲਾ ਦਿਓ। ਅੱਛਾ ਜੀ ਉਦੋਂ ਦੇ ਤੁਰੇ ਰਾਤੀ ਮੇਰਾ ਖਿਆਲ ਹੈ ਕੋਈ 7 ਦਾ ਟਾਈਮ ਹੋ ਗਿਆ, ਮਗਰ ਟਾਈਮ। ਫਿਰ ਉਹਨੇ ਜਾ ਕੇ ਸਾਹ ਦਵਾਇਆ,
ਤੁਰਦੇ ਰਹੇ, ਨੱਸਦੇ ਰਹੇ, ਤੁਰਦੇ ਰਹੇ। ਉਹ ਤੇ ਆਪਣੀ ਜਾਨ ਆਪਣੇ ਤੋਂ ਜ਼ਿੰਮੇਵਾਰੀ ਤੇ ਤੁਰਨਾ ਨੱਸਣਾ। ਜਿਹੜਾ ਤੁਰ ਪਿਆ ਤੁਰ ਗਿਆ, ਪਹੁੰਚ ਜਾਏਗਾ। ਜਿਹੜਾ ਰਹਿ ਗਿਆ ਉੱਥੇ ਹੀ। ਨਾ ਡਾਲੇ ਵਾਲੇ ਪਿੱਛੇ ਖੜਨਾ, ਨਾ ਤੁਹਾਂ ਜਾਇਆ ਜਾਣਾ, ਨਾ ਤੁਹਾਨੂੰ ਪਤਾ ਚੱਲਣਾ ਕਿੱਧਰੋਂ ਆਇਆ ਕਿੱਧਰ ਚੱਲੇ, ਕਿਉਂਕਿ ਉੱਤੋਂ ਨਾ ਤਰਪਾਲ ਦੇ ਕੇ ਤੁਹਾਨੂੰ ਲਿਆਂਦਾ ਹੁੰਦਾ। ਉਹ ਸੱਸੀ ਆਕਨ ਰੇਤਾਂ 'ਚ ਹੀ ਰਹਿ ਜਾਣਾ ਬੰਦੇ ਨੇ ਨਾ, ਰੇਤਾਂ 'ਚ ਉੱਥੇ ਖਤਮ, ਉੱਥੇ ਫਿਨਿਸ਼, ਉੱਥੇ ਹੀ ਸੱਸੀ ਪੁੰਨੂ ਦੀ ਕਹਾਣੀ ਦਾ ਐਂਡ ਹੋ ਜਾਣਾ। ਹਾਂ, ਉੱਥੇ ਫਿਰ ਕੋਈ ਅਕਰਮ ਰਾਏ ਦਾ ਕੋਈ ਗਾਣਾ ਲਾਊਗਾ ਵਧੀਆ, ਨਹੀਂ ਉੱਥੇ ਨਹੀਂ ਲੱਗਣਾ। ਤੇ ਫਿਰ ਆਪਣਾ ਅਸੀਂ ਤੁਰਦੇ ਰਹੇ ਤੇ ਆਪਣਾ 7 ਵਜੇ ਜਾ ਕੇ ਬੈਠੇ। ਫਿਰ ਆਪਣਾ ਦਿਨ ਦਾ ਤੇ ਰਾਤ ਦਾ ਇਕੱਠਾ ਖਾਣਾ ਸ਼ਾਨਾ ਖਾਧਾ। ਖਾਣਾ ਕੀ ਖਾਧਾ ਦੱਸਾਂ ਮੈਂ ਤੁਹਾਨੂੰ? ਖਾਣਾ ਖਾਧਾ ਸਾਹਿਬ, ਉਹਨੇ ਲਿਆਂਦਾ ਦਹੀਂ। ਅੱਛਾ ਜੀ। ਨਾਲ ਉਹੀ ਬੱਕਰੀਆਂ ਦੇ ਦੁੱਧ ਦਾ ਦਹੀਂ। ਹਾਂ, ਉਹ ਹੀ ਦਹੀਂ ਲਿਆਂਦਾ। ਦਹੀਂ ਹੁੰਦੀ ਭਾਈ, ਐਡੀ ਐਡੀ ਡੱਬੀ ਸੀ। ਤੇ ਉਹਨਾਂ ਫਿਰ 15 ਜੁੱਟ ਬਿਠਾ ਜਿਹੜੇ 15 ਤਿੰਨ ਰੋਟੀਆਂ ਦੇ ਚੜੀਆਂ, ਖਾਓ ਰੱਜ ਰੱਜ ਕੇ ਖਾਓ। ਸਾਨੂੰ ਕਹੇ ਰੱਜ ਰੱਜ ਕੇ ਖਾਓ। ਅੱਛਾ, ਅਸੀਂ ਕਿਹਾ ਹੁਣ ਰੱਜ ਕੇ ਕੀ ਖਾਈਏ। ਤੇ ਮੈਂ ਵੇਖ ਲਓ ਉਦੋਂ ਦਾ ਮਾਰਿਆ ਇਹ ਵੀ ਨਹੀਂ ਪੂਰਾ ਹੋ ਰਿਹਾ। ਹਾਂ ਬਿਲਕੁਲ, ਇਹ ਵੀ ਸਿਹਤ ਮਾਰੀ ਹੋ ਗਈ ਬਿਲਕੁਲ ਵੀਕ। ਸ਼ੀ ਇਜ਼ ਆਲਰੇਡੀ ਵੀਕ ਇਨਫ। ਅੱਛਾ, ਤੇ ਇਹ ਕਿਵੇਂ ਨਹੀਂ ਮੇਰੇ ਯਾਰ। ਅੱਛਾ, ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਅਸੀਂ ਉੱਥੋਂ ਜਦੋਂ ਆਪਣਾ ਰੋਟੀ ਛੋਟੀ ਖਾਧੀ, ਫਿਰ ਰਾਤ ਦਾ ਸਫ਼ਰ ਸੀਗਾ। ਰਾਤ ਦਾ ਹੀ ਪਹਾੜਾਂ ਦੇ ਉੱਤੇ, ਬਿਲਕੁਲ ਐਨ ਪਹਾੜਾਂ ਦੇ ਉੱਤੇ। ਅੱਛਾ, ਤੇ ਪਹਾੜਾਂ ਦੇ ਉੱਤੇ ਜਾ ਰਹੇ, ਪਹਾੜਾਂ ਦੇ ਉੱਤੇ ਉਹਨੇ ਸਾਨੂੰ ਲੈ ਗਿਆ। ਉੱਤੇ ਜਾ ਕੇ ਤੁਰੀ ਜਾ ਰਹੇ ਆ, ਮੇਰਾ ਖਿਆਲ ਹੈ ਕੋਈ ਸਰਗੀ ਤੱਕ ਤੁਰਦੇ। ਤੁਸੀਂ ਕਹੋਗੇ ਇੰਨਾ ਤੁਰਦੇ ਨੇ, ਸੌਂਦੇ ਕਦੋਂ ਨੇ? ਸੌਣ ਵਾਲਾ ਚੱਕਰ ਕੋਈ ਨਹੀਂ। ਕਰੂ ਡੈਂਕੀ ਲਾਣ ਆਏ ਆ ਤੇ ਲਾ ਰਹੇ ਆ, ਲਾਣੀ ਉਹ ਜਿਹੜਾ ਉਹਨੇ 10 ਮਿੰਟ ਦੇਣੇ ਰੋਟੀ ਦੇ, ਉਹਦੇ ਵਿੱਚ ਤੁਸੀਂ ਅੱਖਾਂ ਬੰਦ ਕਰਨੀਆਂ ਜਾਂ ਬਹਿਣਾ ਜਾਂ ਝੱਟ ਨਹੀਂ। ਇਹੀ ਕੰਮ ਹੈ ਤੁਹਾਡਾ, ਕੋਈ 10 ਮਿੰਟ 15 ਮਿੰਟ ਠੀਕ ਹੋ ਗਏ ਬਸ। ਕੋਈ ਚੱਕਰ ਨਹੀਂ ਕਿ ਤੁਸੀਂ ਕਹੋ ਯਾਰ ਉਹਨੂੰ ਬੰਦਾ ਕਹਿੰਦਾ ਕੋਈ 5 ਘੰਟੇ ਬਹਾ ਲਿਆ, 1 ਘੰਟਾ ਬਹਾ ਲਿਆ, ਕੋਈ ਬੰਦਾ ਚਸ਼ਮਾ ਸੇ ਲੈ ਲਵੇ, ਨਹੀਂ ਸਾਹ ਸੂ ਲੈ ਲੈ, ਕੋਈ ਪਾਣੀ ਸ਼ਾਨੀ ਪੀ ਲੈ, ਨਹੀਂ ਉਹ ਚੱਕਰ ਕੋਈ ਨਹੀਂ ਜੀ। ਡੈਂਕੀ ਲਾਣ ਆਏ ਆ, ਕਰੂ ਲਾਣ ਆਏ ਆ ਤੇ ਲਾ ਰਹੇ ਆ। ਇਹ ਤੇ ਡੈਂਕੀ ਲਾਣੀ ਜੀ। ਅੱਛਾ, ਸਹੀ। ਨਾ ਘੁੱਟ ਪਾਣੀ ਦਾ ਪੀਣ ਦਿੰਦੇ ਤੇ ਨਾ ਹੀ ਰੋਟੀ ਪੂਰੀ ਖਾਣ ਦਿੰਦੇ। ਅੱਛਾ, ਠੀਕ ਹੈ। ਤੇ ਅਸੀਂ ਫਿਰ ਤੁਰੇ ਸਵੇਰੇ ਸਰਗੀ, ਫਿਰ ਉੱਥੇ ਪਹੁੰਚੇ ਆਪ ਸਾਹਿਬ। ਹਾਂ, ਤੇ ਅਸੀਂ ਸਵੇਰੇ ਸਰਗੀ ਪਹੁੰਚੇ। ਪਹਾੜ ਹੀ ਇੱਕ ਵਾਵਾ ਉੱਚਾ, ਤੇ ਉਹਦੇ ਨਾਲ ਪਰਾਂ ਇੱਕ ਪਿੰਡ ਦਿਸਦਾ। ਅੱਛਾ, ਉਹਨੇ ਕਿਹਾ ਪਿੰਡ ਚੱਲਨੇ, ਪਿੰਡ ਮੇਰਾ ਆਪਣਾ ਹੀ ਹੈ। ਹਾਂ, ਤੇ ਪਿੰਡ ਵੱਲ ਗਏ। ਫਿਰ ਪਿੰਡ ਜਾ ਕੇ ਆਪਣਾ ਬੈਠੇ। ਉਹਦਾ ਆਪਣਾ ਹੀ ਘਰ ਸੀ, ਜਿਵੇਂ ਬਲੋਚਿਸਤਾਨ ਦੇ ਵਿੱਚ ਘਰ ਨਹੀਂ ਹੁੰਦੇ, ਇੰਜ ਪਹਾੜਾਂ ਦੇ ਵਿੱਚ ਉਹਨੇ ਪਹਾੜਾਂ ਦੇ ਉਹ ਪੱਥਰ ਜੋੜ ਕੇ ਨਾ, ਹਾਂ, ਕਹਾਲ ਜਿਹਾ ਇੱਕ ਛੋਟਾ ਜਿਹਾ ਬਣਾਇਆ ਸੀ, ਜਿਵੇਂ ਜਿੱਥੇ ਉਹ ਲੈ ਲੀਆਂ ਬੱਕਰੀਆਂ ਢੱਕੀ ਦੇ, ਇਹ ਜਦੋਂ ਉਹਨੇ ਬਣਾਇਆ ਸੀ। ਤੇ ਉਹਨੇ ਕੰਟ ਪਾ ਕੇ ਸਾਨੂੰ ਉਹਦੇ ਅੰਦਰ ਵਾਰਿਆ। ਅੱਛਾ, ਤੇ ਉੱਥੇ ਬੈਠੇ ਆ, ਦਿਹਾੜ ਸੀ, ਧੁੱਪ ਛੁੱਪ ਉੱਥੇ ਕੱਢੀ। ਤੇ ਜੂੰ ਠੰਡਾ ਟਾਈਮ ਹੋਇਆ ਨਾ, ਜਿਹਨੂੰ ਪਿਛਲਾ ਟਾਈਮ ਕਹਿੰਦੇ ਨੇ। ਹਾਂ, ਤੇ ਉਸ ਟਾਈਮ ਫਿਰ ਅਸੀਂ ਆਪਣਾ, ਮੇਰੀ ਸਾਈਕਲ ਵੀ ਲਿਆਓ। ਅੱਛਾ, ਤੇ ਫਿਰ ਆਪਣਾ ਕੀ ਨਾਂ ਲਈਦਾ, ਅਸੀਂ ਉੱਥੇ ਰਹੇ ਤੇ ਸ਼ਾਮ ਦਾ ਜੋ ਮਗਰਬ ਦਾ ਟਾਈਮ ਸ਼ੁਰੂ ਹੋਇਆ, ਫਿਰ ਸਾਡਾ ਅਸਲ ਸਫ਼ਰ ਸ਼ੁਰੂ ਹੋਇਆ ਬਾਰਡਰ ਦਾ। ਅੱਛਾ, ਫਿਰ ਮੇਰਾ ਖਿਆਲ ਹੈ ਕੋਈ ਰਾਤੀ 10 ਵਜੇ ਤੱਕ ਉਹਨੇ 3 ਘੰਟੇ ਗੱਡੀ ਚਲਾਈ, ਬਾਰਡਰ ਤੇ ਪਹੁੰਚ ਗਏ। ਹਾਂ, ਬਾਰਡਰ ਤੇ ਜਾ ਕੇ ਉਹਨੇ ਸਾਨੂੰ ਲਾਇਆ ਤੇ ਉਹਨੇ ਕਿਹਾ ਜੀ ਇੰਜ ਨੂੰ ਸੱਜੇ ਹੱਥ ਪਹਾੜ ਤੋਂ ਥੱਲੇ ਉਤਰ ਜਾਓ, ਕਿਉਂਕਿ ਪਹਾੜਾਂ ਦੇ ਉੱਤੇ ਉਹਨਾਂ ਨੇ ਨੀਵੇਂ ਆਪਣਾ ਕੋਈ ਸਮਝ ਨਹੀਂ। ਹੁਣ ਮੈਂ ਤੁਹਾਨੂੰ ਕਿਵੇਂ ਸਮਝਾ ਸਕਣਾ, ਲੇਕਿਨ ਤੁਸੀਂ ਸਮਝ ਜਾਓਗੇ ਕਿ ਮੈਂ ਗੱਲ ਕੀ ਸਮਝਾ ਰਿਹਾ। ਸਹੀ ਹੈ। ਅਸੀਂ ਤੁਰ ਗਏ ਪਹਾੜਾਂ ਵੱਲ, ਉਹਨੇ ਥੱਲੇ ਸਾਨੂੰ ਲਾਇਆ। ਉਹਨੇ ਕਿਹਾ ਜੀ ਇੱਥੇ ਤੁਹਾਂ ਤੁਰਨਾ ਵੇ ਘੱਟੋ ਘੱਟ ਵੀ 4 ਤੋਂ 5 ਘੰਟੇ। ਅੱਛਾ, ਤੇ ਤੁਸੀਂ ਹੈਰਾਨ ਮਰ ਜਾਓਗੇ। ਹਾਂ, ਅਸੀਂ 4 ਤੋਂ 5 ਘੰਟੇ ਤੁਰੇ ਆ, ਏਡੀਆਂ ਖਾਈਆਂ ਚ ਅਸੀਂ ਵਰ ਗਏ ਆ ਕਿ ਮੇਰਾ ਖਿਆਲ 4 ਦਿਨ ਦਾ ਸਫ਼ਰ ਗਿਆ ਸੀ ਨਾ, 2 ਦਿਨ ਅਸੀਂ ਪਹਾੜਾਂ ਚ ਤੁਰੇ ਆ। ਅੱਛਾ, ਤੀਜੇ ਦਿਨ ਫਿਰ ਸਾਨੂੰ ਨਹੀਂ ਪਤਾ ਚੱਲਿਆ ਕਿਸ ਟਾਈਮ ਹੈਰਾਨ ਵਰੇ ਆ, ਕਿਸ ਟਾਈਮ ਕਿੱਥੇ ਆ ਗਏ, ਕੋਈ समझ नहीं। पहाड़ां च ईरान वड़ गया, तुसी ईरान वड़ गया ही। अच्छा, लो जी जनाब, बहुत मुश्किल से जो है ना वो ईरान आए। चन्नू भाई जो है ना, वो चंदू मेहर जो है ना, वो बहुत मुश्किल से ईरान में एंट्री हो गई है, पाकिस्तान से निकल गए हैं। तो इंशाल्लाह जो नेक्स्ट पार्ट है वो फिर हम ईरान पे बनाएंगे, मुकम्मल डिस्कशन करेंगे। तो नेक्स्ट पार्ट के लिए जो है ना वो हमें दी इजाज़त, क्योंकि स्कूल जाना है तो टाइम हो गया। तो जब रोज़ आते हैं तो एक क्लिप बना लेते हैं, तो आप दोस्तों को जो है ना वो अब तक पहुंचा देते हैं। तो इंशाल्लाह नेक्स्ट तीसरे क्लिप में मिलते हैं। तो इस तरह आपने हमारी वीडियोस को लाइक करते रहना है, शेयर करते रहना है, चैनल को सब्सक्राइब करना है। और चंदू भाई की स्टोरी सुनने के लिए जो आपको पता है कि हर दूसरे दिन बाद इनकी वीडियो अपलोड हो जाती है, तो आपने वो ज़रूर देखनी है। तो हाथ हिला दें चंदू भाई। अल्लाह हाफिज़, थैंक यू।